ऑक्सीजन वाली चाहिए 50+ बेड हो जाए जितने ऑक्सीजन की लाइन चाहिए बाकी प्राइवेट होते हैं जितने अपना पोर्टेबल सिलेंडर के नाम सर पहले सारे सिस्टम ऑफ होगा एक टेस्ट एक सर बचा कर दो पूरी 24 घंटे लेके नहीं चाहिए मैम दसों का डर की रहा है एनजीडी साहब पिंडू एरिया ਦੇ ਹਿਸਾਬ ਨਾਲੇ ਤੇ ਲੋਕਾਂ ਦਾ ਟੈਸਟਿੰਗ ਤੇ ਵੈਕਸੀਨੇਸ਼ਨ ਸਟਾਰਟ ਕਰਾ ਦਿੱਤੀ ਫਿਰ ਉਹਦੇ ਨਾਲ ਇੱਕ ਬੜਾ ਅੱਛਾ ਹੋ ਗਿਆ ਕਿਉਂਕਿ ਆਪਾਂ ਜਾ ਕੇ ਆਰਡਰ ਦੇ ਕੇ ਕਰਾ ਲਓ ਲੈਟਸ ਡੂ ਆਰਡਰ ਸੁਥਰਾ ਸਭ ਹੈ ਲੋਕੇਸ਼ਨ ਕੰਟੈਕਟ ਸਾਰਾ ਕਮੇਟੀ ਦੇ ਤੌਰ ਤੇ ਨਾ ਬਣਾ ਕੇ ਤੁਹਾਡੇ ਰੀਚ ਕਰਨਾ ਨਾ ਵੀ ਮੇਕ ਯੂ ਹੈਡ ਜੇ ਤੁਸੀਂ ਬੈਡ ਵਗੈਰਾ आपका सर को 50 बेड्स अवेलेबल है मेरी प्राइवेट है प्रॉपर ਸਾਰਾ ਕੁਝ सब कुछ है ਸਾਡੇ ਵੱਲੋਂ ਤੁਹਾਨੂੰ ਸਟਾਫ ਚਾਹੀਦਾ मैट्रेस ले लाँगे ਅਸੀਂ अरेंज कर देंगे सर जे जो भी रिक्वायरमेंट हो मेडिकल रिक्वायरमेंट हो ਸਾਨੂੰ ਉਹ ਦੇ ਦੋਗੇ ਜੇ ਆਪ ਦੀ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਅਰੇਂਜ ਹੋ ਰਿਹਾ ਤੁਹਾਡਾ ਨਹੀਂ ਅਸੀਂ ਵੀ ਅਰੇਂਜ ਕਰ ਦਾਂਗੇ ਜੋ ਵੀ ਕੋਈ ਮੈਡੀਕਲ ਸਟਾਫ ਹੈ ਤੁਹਾਡੇ ਕੋਲ ਮੈਡੀਕਲ ਸਟਾਫ ਸਾਡੇ ਕੋਲ ਇੱਕ ਮੈਡੀਕਲ ਆਫਿਸਰ ਤੇ ਇੱਕ ਬੀਐਮਐਸ ਡਾਕਟਰ ਤੇ 2 ਸਟਾਫ ਹੈ ਦਿਓ ਫਿਰ ਇਸ ਤਰ੍ਹਾਂ ਕਰ ਲਓ 50-50 ਕਰ ਲਓ 50 ਸਿਵਲ ਦੇ 50 ਤੇ ਲੇਟਰ ਔਨ ਜਦੋਂ ਹੋਰ ਲੋੜ ਪਊਗੀ ਫਿਰ ਕਿਸੇ ਨਾ ਕਿਸੇ ਏਜੰਸੀ ਤੋਂ ਹੋਰ ਲਵਾ ਦਾਂਗੇ ਮਨਕਵਨ ਹਾਂ ਜਦੋਂ ਆਉਣਗੇ 50 ਸਿਵਲ 'ਚ ਮੈਮ 1200 ਸਿਲੰਡਰ ਆ ਰਹੇ ਸੀ 50 ਅਸੀਂ ਤੁਹਾਨੂੰ ਦਵਾਂਗੇ 50 ਇੱਧਰ ਦੇ ਦਾਂਗੇ ਟੂ ਸਟਾਰਟ ਵਿਦ ਔਰ ਫਿਰ ਇਹਨਾਂ ਨੂੰ ਆਪਾਂ ਜਿਵੇਂ ਜਿਵੇਂ ਮਨਕਵਨ ਕਹੂਗਾ ਕਿਸੇ ਏਜੰਸੀ ਨਾਲ ਟਾਈਪ ਕਰਾ ਕੇ ਕੋਈ ਵੀ ਕਾਈਂਡ ਆਫ ਸਿਵਲ ਹਸਪੀਟਲ ਹੁੰਦੀ ਹੈ ਅਸੀਂ ਇਹਨੂੰ ਇੱਕ ਨਵਾਂ ਸੈਂਟਰ ਇੱਥੇ ਖੋਲ੍ਹਣ ਲਈ ਹੈਗੇ ਸਰਕਾਰੀ ਠੀਕ ਹੈ ਹਾਂ एंड 2 बेड्स इसके लिए अरेंज कर सकते हैं ठीक है अच्छा पेंडू एरिया तो हम अच्छा हाँ जी दूसरा ਸਾਡੇ ਵੱਲੋਂ ਪੂਰੀ ਸਪੋਰਟ ਹੈਗੀ ਹੈ ਜੀ ਔਰ ਅਸੀਂ ਐਸਐਮ ਸਾਹਿਬ ਦੀ ਪ੍ਰਧਾਨਗੀ ਜਿਹੜੀ ਐਫਐਮਸੀ ਬਣਾਤੀ ਐਸਐਮਓ ਪਾ ਦੇਣਗੇ ਐਸਐਮਓ ਕਿਹੜੇ ਨੇ ਐਸਐਮਓ ਸਾਹਿਬ ਤੁਸੀਂ ਅਸੈਸਮੈਂਟ ਕਰ ਲਓ ਇਹਨਾਂ ਨਾਲ ਬੈਠ ਕੇ ਜੋ ਇਹਨਾਂ ਕੋਲੇ ਵਰਕਫੋਰਸ ਹੈਗੀ ਹੈ ਉਸ ਤੋਂ ਇਲਾਵਾ ਜਿਹੜੀ ਵਰਕਫੋਰਸ ਚਾਹੀਦੀ ਹੈ ਉਹ ਇੰਗੇਜ ਕਰ ਲਓ ਜਿਹੜੇ ਰੇਟਸ ਤੇ हाँ जी हाँ जी हाँ जी हाँ जी ਠੀਕ ਹੈ सर मैं हुणे बस गल करके डॉक्टर ਨੂੰ ਦੱਸ ਕੇ ਇਟਸ ਅ ਗੋਡ ਸੈਂਟ ਓਪਰਚ्युनिटी ਹੀ ਆਪਾਂ ਮਤਲਬ ਇਹਨੂੰ ਯੂਜ਼ ਕਰੀਏ ਕਿਉਂਕਿ ਪਿੰਡਾਂ 'ਚ ਬਹੁਤ ਫੈਲ ਰਹੀ ਹੈ ਕੀ ਨਾਮ ਦੱਸਿਆ ਡਾਕਟਰ ਸਾਹਿਬ ਇਹਦੇ ਲਈ ਰਾੜਾ ਸਾਹਿਬ ਦੀ ਜਿਹੜੇ ਬਾਬਾ ਬਲਜਿੰਦਰ ਸਿੰਘ ਜੀ ਜਿਹੜੇ ਇੱਥੇ ਹੈਗੇ ਨੇ ਮੁੱਖ ਸੇਵਾਦਾਰ ਨੇ ਉਹਨਾਂ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਬਲਜਿੰਦਰ ਜੀ ਦਾ ਤੇ ਇੱਥੋਂ ਦੀ ਮੈਨੇਜਮੈਂਟ ਕਮੇਟੀ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਕੀਤਾ ਸਰ ਜਿਹੜੇ ਤਾਜ਼ਾ ਹਾਲਾਤ ਨੇ ਉਹ ਕਹਿੰਦੇ ਨੇ ਕਿ ਕਿੱਦਾਂ ਦੇ ਨੇ ਜੇ ਆਪਾਂ ਹਾਲਾਤ ਕੋਈ ਬਹੁਤੇ ਅੱਛੇ ਨਹੀਂ ਜੀ ਮੈਂ ਤਾਂ ਹਰ ਵਾਰ ਕਹਿੰਦਾ ਕਈ ਲੋਕ ਇਹ ਕਹਿੰਦੇ ਆ ਜੀ ਵੀ ਤੁਸੀਂ ਕਿਉਂ ਨਕਾਰਾਤਮਕ ਦੱਸਦੇ ਹੋ ਹੁਣ ਜੇ ਸਕਾਰਾਤਮਕ ਹੋਵੇ ਤਾਂ ਸਕਾਰਾਤਮਕ ਦੱਸਦੇ ਆ ਹੁਣ ਜੇ ਨਕਾਰਾਤਮਕ ਹੈ ਤਾਂ ਨਕਾਰਾਤਮਕ ਹੀ ਦੱਸਣਾ ਹਾਲਾਤ ਕੋਈ ਅੱਛੇ ਨਹੀਂ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਹੋ ਰਹੀ ਹੈ ਕੇਂਦਰ ਵੱਲੋਂ ਵੀ ਰਾਜ ਸਰਕਾਰ ਵੱਲੋਂ ਵੀ ਆਕਸੀਜਨ ਵੀ ਘੱਟ ਸਾਨੂੰ ਮਿਲ ਰਹੀ ਹੈ ਪੰਜਾਬ 'ਚ ਔਰ ਵੈਕਸੀਨੇਸ਼ਨ ਦੀ ਵੀ ਤੋਟ ਹੈਗੀ ਹੈ ਬਟ ਉਹਦੇ ਬਾਵਜੂਦ ਅਸੀਂ ਲੁਧਿਆਣਾ 'ਚ ਮੈਕਸਿਮਮ ਵੈਕਸੀਨੇਸ਼ਨ ਵੀ ਕਰਾਈ ਹੈ ਆਕਸੀਜਨ ਵੀ ਸਾਡੀ ਪੋਜੀਸ਼ਨ ਟਾਈਟ ਹੈ ਪਰ ਕਿਸੇ ਹਸਪਤਾਲ 'ਚ ਖਤਮ ਨਹੀਂ ਹੋਣ ਦਿੱਤੀ ਪਰ ਅਟੁੱਟ ਕੋਈ ਚੀਜ਼ ਨਹੀਂ ਹੁੰਦੀ ਹੈ ਦੁਨੀਆ 'ਚ ਔਰ ਇਸ ਕਰਕੇ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਇਸ ਵਾਰ ਜਿਹੜਾ ਕਰਫਿਊ ਹੈਗਾ ਇਹਨੂੰ ਪਿਛਲੀ ਵਾਰ ਦੀ ਤਰ੍ਹਾਂ ਇਹ ਨਾ ਸਮਝਣ ਉਦੋਂ ਬਿਮਾਰੀ ਦਾ ਫੈਲਾਅ ਇੰਨਾ ਨਹੀਂ ਸੀਗਾ ਸਿਚੁਏਸ਼ਨ ਇਜ਼ ਰੀਅਲੀ ਕ੍ਰਿਟੀਕਲ ਔਰ ਆਪਾਂ ਸਾਰਿਆਂ ਨੂੰ ਆਪਣਾ ਬਚਾਅ ਕਰਨਾ ਚਾਹੀਦਾ ਹਾਲਾਤ ਇੱਦਾਂ ਦੇ ਹੈ ਵੀ ਹਸਪਤਾਲ 'ਚ ਕਿਸੇ ਨੂੰ ਬੈੱਡ ਮਿਲੂਗਾ ਨਹੀਂ ਮਿਲੂਗਾ ਜੇ ਮਿਲ ਵੀ ਗਿਆ ਤਾਂ ਆਕਸੀਜਨ ਕਿੰਨੇ ਘੰਟੇ ਮਿਲੂਗੀ ਇਹਦੀ ਕੋਈ ਗਰੰਟੀ ਨਹੀਂ ਹੈ ਇੱਕ ਸਰ ਜਿੰਨਾ ਆਪਾਂ ਟਾਈਮ ਵਗੈਰਾ ਦਿੱਤਾ 12 ਵਜੇ ਤੱਕ ਦਾ ਬੜਾ ਘੱਟ ਦੇਖਿਆ ਜਾ ਰਿਹਾ ਬਾਜ਼ਾਰਾਂ ਦੇ ਵਿੱਚ ਜਿਹੜੇ ਲੋਕੀ ਨੇ ਜਿੱਦਾਂ ਮਾਰਕੀਟ ਆਉਂਦੇ ਨੇ ਬੈਂਕ ਅੱਗੇ ਆਉਂਦੇ ਨੇ ਹੁਣ ਕੀ ਕਰੀਏ ਯਾਰ ਆਈਡੀਅਲੀ ਤਾਂ ਇਹ ਹੈ ਵੀ ਪੂਰਾ ਹੀ ਬੰਦ ਹੋਣਾ ਚਾਹੀਦਾ ਹੈ ਹੁਣ ਸਾਡੇ ਹਿੰਦੁਸਤਾਨ 'ਚ ਐਡੇ ਕਈ ਗਰੀਬ ਲੋਕ ਨੇ ਉਹ ਕਹਿੰਦੇ ਜੀ ਅਸੀਂ ਬਿਲਕੁਲ ਹੀ ਭੁੱਖੇ ਮਰ ਜਾਵਾਂਗੇ ਜੇ 24 ਘੰਟੇ ਬੰਦ ਕਰ ਦੋਗੇ ਆਈਡੀਅਲੀ ਤਾਂ ਜਿਵੇਂ ਬਾਹਰ ਕਈ ਸੂਬਿਆਂ 'ਚ ਬਿਲਕੁਲ ਹੀ ਬੰਦ ਹੈ ਉਹ ਹੋਣਾ ਚਾਹੀਦਾ ਪਰ ਅਸੀਂ ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ 7 ਘੰਟੇ ਦਾ ਦਿੱਤੀ ਹੈ ਮਤਲਬ 30% 24 ਘੰਟਿਆਂ ਦਾ ਪੂਰਾ ਦਿਨ ਹੁੰਦਾ 24 ਦਾ 30% 7 ਘੰਟੇ ਬਣਦਾ ਇਹ ਲੋਕਾਂ ਦੀ ਸੁਵਿਧਾ ਅਨੁਸਾਰ ਤਾਂ ਕਿ ਜੇ ਕਿਸੇ ਨੇ ਦੁੱਧ ਸਬਜ਼ੀ ਚਾਹ ਇਹ ਚੀਜ਼ ਵੇਚਣੀ ਹੈ ਕੋਈ ਰਾਸ਼ਨ ਪਾਣੀ ਖਰੀਦਣਾ ਹੁਣ ਭੀੜ ਕਰਨਾ ਨਾ ਕਰਨਾ ਇਹ ਆਪਣੀ ਸਾਰਿਆਂ ਦੀ ਸਮਝ ਹੈ ਕਿ ਆਪਾਂ ਉਸ ਛੋਟ ਨੂੰ ਕਿੱਦਾਂ ਵਰਤਣਾ ਸਰ ਲੋਕਾਂ ਦਾ ਕਹਿਣਾ ਵੀ 5 ਵਜੇ ਦੀ ਥਾਂ ਤੇ 7 ਵਜੇ ਦਾ ਟਾਈਮ ਕੀਤਾ ਜਾਵੇ ਦੇਖੋ ਇਹ ਤਾਂ ਜਿੰਨੇ ਮੂੰਹ ਉਨੀਆਂ ਗੱਲਾਂ ਹੁੰਦੀਆਂ ਨੇ ਸਰਕਾਰ ਨੇ ਆਪਦੀ ਸਮਝ ਨਾਲ ਅਸੀਂ ਸਾਰੇ ਸਟੇਕ ਹੋਲਡਰਸ ਨਾਲ ਗੱਲ ਕਰਕੇ ਇਹ ਕੋਈ ਸਰਵੋਤਮ ਹੱਲ ਨਹੀਂ
ਇਹ ਇੱਕ ਮੱਧਮ ਕਿਸਮ ਦਾ ਹੱਲ ਹੈ ਜਿਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋ ਸਕੇ। ਪਰ ਮੈਂ ਕਦੇ ਨਹੀਂ ਕਹਿੰਦਾ ਸਭ ਤੋਂ ਸਰਵੋਤਮ ਤਾਂ ਇਹ ਹੁੰਦਾ 24 ਘੰਟੇ ਹੀ ਚੀਜ਼ਾਂ ਖੁੱਲ੍ਹੀਆਂ ਰਹਿਣ, ਸੋ ਇਹ ਸਰਵੋਤਮ ਨਹੀਂ ਹੈਗਾ। ਤੋ ਇਹ ਤਾਂ ਇੱਕ ਮਜਬੂਰੀ ਦਾ ਸੌਦਾ ਔਰ ਦਿਲ ਤੇ ਪੱਥਰ ਰੱਖ ਕੇ ਕੀਤਾ ਗਿਆ ਹੈ। ਹਾਂਜੀ ਸਰ। ਪਿੰਡੂ ਏਰੀਏ ਦੇ ਵਿੱਚ ਵੀ ਇਸ ਵਾਰ ਜਿਹੜੀ ਕੋਵਿਡ ਦੀ ਸੈਕੰਡ ਵੇਵ ਹੈ, ਬਹੁਤ ਸਾਰੇ ਮਰੀਜ਼ ਆ ਰਹੇ ਨੇ। ਜਿਹੜੇ ਹਿੰਟਰਲੈਂਡ ਦੇ ਵਿੱਚ ਸਾਡੇ ਭੈਣਾਂ ਤੇ ਵੀਰ ਰਹਿੰਦੇ ਆ, ਉਹਨਾਂ ਦੀ ਸੁਵਿਧਾ ਲਈ ਗੁਰਦੁਆਰਾ ਰਾੜਾ ਸਾਹਿਬ, ਇਹਨਾਂ ਦਾ ਇੱਥੇ 50 ਬੈਡਡ ਹਸਪੀਟਲ ਹੈ। ਸੰਤ ਜੀ ਨੇ ਜਿਹੜੇ ਉਹਨਾਂ ਨੇ ਸਾਨੂੰ ਇਹ ਆਫਰ ਕੀਤੀ ਸੀ ਕਿ ਇਹ ਹਸਪੀਟਲ ਗਵਰਨਮੈਂਟ ਹੈਗਾ ਕੋਵਿਡ ਦੇ ਇਲਾਜ ਲਈ ਵਰਤੇ। ਅੱਜ ਅਸੀਂ ਇੱਥੇ ਦੌਰਾ ਕਰਨ ਤੋਂ ਬਾਅਦ ਪਾਇਆ ਕਿ ਇਹ ਹਸਪੀਟਲ ਬਹੁਤ ਅੱਛਾ ਬਣਿਆ ਔਰ ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ। ਰਾੜਾ ਸਾਹਿਬ ਗੁਰਦੁਆਰਾ ਸਾਹਿਬ ਦਾ ਜਿਹੜਾ ਹਸਪੀਟਲ ਹੈ, ਇਹਨੂੰ ਅਸੀਂ ਬਤੌਰ ਕੋਵਿਡ ਹਸਪੀਟਲ ਚਾਲੂ ਕਰਨ ਦੀ ਜਿਹੜੀ ਹੈਗੀ ਮਨਜ਼ੂਰੀ ਦੇ ਦਿੱਤੀ ਹੈ। ਇਹਦੇ ਲਈ ਸਿਵਲ ਸਰਜਨ ਸਾਹਿਬ ਡਾਕਟਰ ਕਿਰਨ ਗਿੱਲ ਮੇਰੇ ਨਾਲ ਹੀ ਸੀਗੇ, ਕੋਵਿਡ ਦੇ ਨੋਡਲ ਆਫਿਸਰ ਸੰਦੀਪ ਜੀ ਔਰ ਮਨਕਮਲ ਸਿੰਘ ਜਿਹੜੇ ਕਿ ਇੱਥੋਂ ਦੇ SDM ਹਨ, ਉਹਨਾਂ ਨੂੰ ਕਮੇਟੀ ਬਣਾਉਣ ਲਈ ਕਹਿ ਦਿੱਤਾ ਗਿਆ। ਅਗਲੇ 3-4 ਦਿਨਾਂ ਦੇ ਅੰਦਰ ਇਹ ਜਿਹੜਾ ਹੈਗਾ ਹਸਪੀਟਲ ਚਾਲੂ ਹੋ ਜਾਏਗਾ। ਬਾਕੀ ਸਾਰੀ ਚੀਜ਼ਾਂ ਇੱਥੇ ਹੈਗੀਆਂ ਨੇ। ਸਟਾਫ ਵਗੈਰਾ ਜਿਹੜਾ ਭਰਤੀ ਕਰਨਾ ਉਹਨੂੰ 2-3 ਦਿਨ ਲੱਗ ਸਕਦੇ ਆ, ਬਟ ਕੱਲ੍ਹ ਭਾਵ 12 ਮਈ ਤੋਂ ਹੀ ਇੱਥੇ ਕੋਵਿਡ ਦੇ ਟੈਸਟ ਔਰ ਵੈਕਸੀਨੇਸ਼ਨ ਮਤਲਬ ਟੀਕਾਕਰਨ ਜਿਹੜੇ ਲੋਕ ਕਰਾ ਸਕਦੇ ਆ 45 ਸਾਲ ਤੋਂ ਉੱਪਰ, ਉਹਨਾਂ ਲਈ ਅਸੀਂ ਇੱਥੇ ਚਾਲੂ ਕਰ ਦਾਂਗੇ। ਕਿਉਂਕਿ ਲੋਕਾਂ ਦੀ ਮਾਨਤਾ ਸ਼ਰਧਾ ਇਸ ਪਵਿੱਤਰ ਸਥਾਨ 'ਤੇ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਪਿੰਡਾਂ ਦੇ ਲੋਕ ਇੱਥੇ ਆਉਂਦੇ, ਨਲੋਆ ਦਾ ਏਰੀਆ ਸਾਰਾ, ਪਾਇਲ ਏਰੀਆ ਸਾਰਾ, ਇਹਨੂੰ ਇਹ ਕੇਟਰ ਕਰ ਸਕਦਾ ਹੈਗਾ। ਮੈਨੂੰ ਪੂਰਨ ਯਕੀਨ ਹੈ ਕਿ ਇੱਥੇ ਇਹ ਜਿਹੜਾ ਹੈਗਾ ਲੋਕ ਠੀਕ ਹੋ ਕੇ ਜਾਣਗੇ, ਵੈਕਸੀਨ ਵੀ ਲਵਾ ਕੇ ਜਾਣਗੇ, ਟੈਸਟਿੰਗ ਵੀ ਕਰਨਗੇ। ਜਿਹੜੇ ਸਾਡੇ ਪਿੰਡਾਂ ਦੇ ਵੀਰ ਨੇ ਉਹਨਾਂ ਨੂੰ ਮੇਰੀ ਦੁਬਾਰਾ ਤੋਂ ਇਹ ਬੇਨਤੀ ਹੈ ਕਿ ਜਿਹਨੂੰ ਵੀ ਕਿਸੇ ਨੂੰ ਕੋਈ ਜ਼ੁਕਾਮ ਦੇ ਲੱਛਣ ਆਉਂਦੇ ਆ, ਕੋਈ ਬੁਖਾਰ ਹੁੰਦਾ, ਉਹਨੂੰ ਇਗਨੋਰ ਨਾ ਕਰੋ, ਨੇੜੇ ਦੇ ਸਿਹਤ ਕੇਂਦਰ 'ਤੇ ਜਾ ਕੇ ਟੈਸਟਿੰਗ ਕਰਾਓ। ਅਸੀਂ ਹੋਰ ਉਹਨਾਂ ਦੇ ਨੇੜੇ ਇੱਥੇ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੈਂਟਰ ਸ਼ੁਰੂ ਕੀਤਾ, ਕਈ ਵਾਰੀ ਹਸਪਤਾਲ ਜਾਣ ਤੋਂ ਬੰਦਾ ਘੋਲ ਕਰ ਦਿੰਦਾ, ਜੇ ਕੋਈ ਟੈਸਟ ਕਰਾਉਂਦਾ ਉਹਦਾ ਕੋਈ ਪੈਸਾ ਨਹੀਂ ਲੱਗੂਗਾ, ਕੋਈ ਉਹਨੂੰ ਧੱਕੇ ਨਾਲ ਹਸਪਤਾਲ 'ਚ ਰੱਖਿਆ ਨਹੀਂ ਜਾਊਗਾ। ਜੇ ਕੋਈ ਪੋਜ਼ਿਟਿਵ ਵੀ ਆ ਜਾਂਦਾ, ਉਹਦੀ ਬਿਮਾਰੀ ਸਿੱਧ ਹੋ ਜਾਂਦੀ, ਉਹ ਆਪਦੇ ਘਰ 'ਚ ਹੋਮ ਆਈਸੋਲੇਸ਼ਨ 'ਚ ਰਹਿ ਸਕਦਾ, ਪਰ ਐਟਲੀਸਟ ਉਹਨੂੰ ਇਹ ਪਤਾ ਹੋਊਗਾ ਵੀ ਮੈਨੂੰ ਬਿਮਾਰੀ, ਉਹ ਆਪਦਾ ਧਿਆਨ ਰੱਖੂਗਾ, ਆਪਦੇ ਪਰਿਵਾਰ ਦਾ ਧਿਆਨ ਰੱਖੂਗਾ। ਜੇ ਹਾਲਤ ਵਿਗੜਦੀ ਹੈ ਤਾਂ ਇੱਥੇ ਦਾਖਲਾ ਵੀ ਲੈ ਸਕਦੇ ਆ, ਪਰ ਦਾਖਲਾ ਲੈਣਾ ਨਾ ਲੈਣਾ ਇਹ ਨਿਰੋਲ ਉਹਨਾਂ ਦੀ ਆਪਦੀ ਮਰਜ਼ੀ ਹੈ। ਧੱਕੇ ਨਾਲ ਕੋਈ ਬੰਦ ਕਰਨ ਵਾਲਾ, ਕੋਈ ਡੱਕਣ ਵਾਲਾ ਸਿਸਟਮ ਨਹੀਂ ਹੈਗਾ। ਧੰਨਵਾਦ। ਵਿਸ਼ੇਸ਼ ਤੌਰ ਤੇ ਤੁਹਾਡਾ ਉਚੇਚੇ ਤੌਰ ਤੇ ਧੰਨਵਾਦ ਕੀਤਾ, ਤੇ ਨਾਲ ਹੋਰ ਆਫੀਸਰ ਸਾਹਿਬਾਨ ਵੀ ਸੀਗੇ। ਤੁਸੀਂ ਇੱਕ ਹਸਪੀਟਲ ਜਿਹੜਾ ਕਿ ਬਹੁਤ ਉੱਤਮ ਸ਼੍ਰੇਣੀ ਦਾ ਹਸਪੀਟਲ ਆ ਜਿਹੜਾ ਤਿਆਰ ਕਰਕੇ ਕੋਵਿਡ ਮਰੀਜ਼ਾਂ ਲਈ ਦੇ ਰਹੇ ਹੋ, ਕੀ ਕਹਿਣਾ ਹੈ? ਇਸ ਤਰ੍ਹਾਂ ਜੀ, ਸਾਡੇ ਹਸਪਤਾਲ ਦੀ ਪਿਛਲੇ ਤਕਰੀਬਨ 1-1.5 ਸਾਲ ਤੋਂ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। ਉਹ ਆਲਮੋਸਟ ਹੁਣ ਫਿਨਿਸ਼ ਹੋਣ 'ਤੇ ਆ ਗਿਆ ਸੀ। ਅਸੀਂ ਵੀ ਚਾਹੁੰਦੇ ਸੀ ਵੀ ਹਸਪਤਾਲ ਨੂੰ ਇਹਦੀਆਂ ਸਰਵਿਸਿਜ਼ ਸ਼ੁਰੂ ਕਰੀਏ। ਇਨ ਦਾ ਮੇਨ ਟਾਈਮ ਜਿਹੜਾ ਕੋਵਿਡ ਦਾ ਪ੍ਰਕੋਪ ਪਿਛਲੇ ਤਕਰੀਬਨ 2-2.5 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ 'ਚ ਬਹੁਤ ਜ਼ਿਆਦਾ ਵੱਧ ਗਿਆ, ਅਤੇ ਅਸੀਂ ਆਪਣੀ ਵੱਲੋਂ ਆਫਰ ਕੀਤੀ ਲੋਕਲ ਐਡਮਿਨਿਸਟ੍ਰੇਸ਼ਨ ਨੂੰ, ਇੱਥੇ SDM ਸਾਹਿਬ ਨੂੰ, ਜਿਹੜੇ SMO ਸਾਹਿਬ ਨੇ, ਉਹਨਾਂ ਨੂੰ ਵਿਜ਼ਿਟ ਕਰਵਾਇਆ ਸਾਡਾ ਹਸਪਤਾਲ, ਅਤੇ ਉਹਨਾਂ ਨੂੰ ਦਿਖਾਇਆ ਵੀ ਸਾਡੇ ਕੋਲ ਪ੍ਰੋਵੀਜ਼ਨ ਹੈਗੀ ਹੈ, ਇਹ ਫੈਸਿਲਿਟੀ ਅਸੀਂ ਹੁਣ ਤੱਕ ਜੋ ਤਿਆਰ ਕੀਤੀ ਹੈ। ਅਸੀਂ ਲੋਕਾਂ ਵਾਸਤੇ ਖਾਸ ਕਰਕੇ ਜਿਹੜੇ, ਕਿਉਂਕਿ ਸੁਣਨ ਦੇ ਵਿੱਚ ਇਹ ਆਇਆ ਵੀ ਪਿੰਡਾਂ ਦੇ ਵਿੱਚ ਵੀ ਜਿਹੜੇ ਕੋਵਿਡ ਦੇ ਪੇਸ਼ੈਂਟਸ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਵੀ ਜੇ ਅਸੀਂ ਵੇਟ ਕਰਦੇ ਰਹੇ ਵੀ ਅਸੀਂ ਹਸਪਤਾਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸ਼ੁਰੂ ਕਰਾਂਗੇ, ਅਸੀਂ ਬਿਹਤਰ ਸੋਚਿਆ ਬਈ ਇਹਨੂੰ ਅੱਜ ਹੀ ਜਿੰਨੀ ਜਲਦੀ ਹੋ ਸਕਦਾ ਵੀ ਇਹ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਜਾਵੇ। ਇਸ ਕਰਕੇ ਅੱਜ DC ਸਾਹਿਬ ਵੀ ਆਏ ਸੀ, CMO ਸਾਹਿਬ ਮੈਡਮ ਉਹ ਵੀ ਆਏ ਸੀ। ਅਸੀਂ ਉਹਨਾਂ ਨੂੰ ਆਪਣੀ ਵੱਲੋਂ ਵੀ ਭਰੋਸਾ ਦਿੱਤਾ ਵੀ ਜੇ ਇਹਦੇ ਵਿੱਚ ਅਜੇ ਵੀ ਤੁਹਾਨੂੰ ਕੋਈ ਕਮੀ ਲੱਗਦੀ ਹੈ, ਕੋਈ ਇਨਫਰਾਸਟਰਕਚਰ ਘੱਟ ਲੱਗਦਾ, ਅਸੀਂ ਉਹ ਪ੍ਰੋਵਾਈਡ ਕਰਨ ਵਾਸਤੇ ਤਿਆਰ ਹਾਂ। ਅਤੇ ਉਹਨਾਂ ਨੇ ਵੀ ਆਪਣੀ ਵੱਲੋਂ ਇਹ ਅਸ਼ੋਰ ਕੀਤਾ ਵੀ ਜਿਹੜਾ ਮੈਡੀਕਲ ਸਟਾਫ ਹੈ, ਸਾਰੇ ਡਾਕਟਰ ਵਗੈਰਾ ਜਾਂ ਉਹਨਾਂ ਦਾ ਸਪੋਰਟਿੰਗ ਸਟਾਫ ਹੈ, ਉਹ ਪ੍ਰੋਵਾਈਡ ਕਰਨਗੇ। ਹੋਪਫੁਲੀ 1-2 ਦਿਨ ਦੇ ਵਿੱਚ ਉਹਨਾਂ ਨੇ ਇੱਥੇ ਟੈਸਟਿੰਗ ਅਤੇ ਵੈਕਸੀਨੇਸ਼ਨ ਦੀ ਇਹ ਸਰਵਿਸ ਸ਼ੁਰੂ ਕਰ ਦੇਣੀ ਹੈ। ਇਹ ਕਿੰਨੇ ਬੈੱਡਾਂ ਦਾ ਹਸਪੀਟਲ ਹੈ? ਇਹ ਇੱਥੇ ਵੈਸੇ ਤਾਂ 60 ਬੈੱਡ ਤੱਕ ਦਾ ਹਸਪਤਾਲ ਸਾਡਾ ਹੈਗਾ, ਪਰ ਜ਼ਰੂਰਤ ਪੈਣ 'ਤੇ ਬਿਲਡਿੰਗ ਸਾਡੀ ਇੰਨੀ ਵੱਡੀ ਹੈਗੀ, ਇੱਥੇ ਜ਼ਿਆਦਾ ਪੇਸ਼ੈਂਟ ਵੀ ਅਕੋਮੋਡੇਟ ਹੋ ਸਕਦੇ ਨੇ। ਕੀ ਲੱਗਦਾ ਜਿੱਦਾਂ ਪਿੰਡਾਂ ਦੇ ਵਿੱਚ ਹੁਣ ਕੇਸਿਸ ਵੱਧ ਰਹੇ ਨੇ, ਕਿੰਨਾ ਕੁ ਸਹਾਈ ਹੋਵੇਗਾ ਜੀ ਇਹ? ਇਹ ਸਹਾਈ ਤਾਂ ਇਸ ਤਰ੍ਹਾਂ ਦੀ, ਜਿਹੜੇ ਪਿੰਡਾਂ ਦੇ ਵਿੱਚੋਂ ਪੇਸ਼ੈਂਟ ਨੇ ਕਿਸੇ ਨੇ ਲੁਧਿਆਣੇ ਜਾਣਾ, ਉੱਥੇ ਹਸਪਤਾਲਾਂ ਦੇ ਵਿੱਚ ਜਿਹੜੀ ਹਾਲਤ ਹੈਗੀ ਆ, ਨਾ ਮੈਨੂੰ ਦੱਸਣ ਦੀ ਜ਼ਰੂਰਤ ਆ, ਨਾ ਤੁਸੀਂ ਭੁੱਲੇ ਹੋਏ ਹੋ, ਅਤੇ ਕਿ ਉਹਨਾਂ ਨੂੰ ਘਰ ਬੈਠਿਆਂ ਨੂੰ ਸਹੂਲਤ ਮਿਲੇਗੀ ਇੱਥੇ ਇਸ ਏਰੀਏ ਦੇ ਵਿੱਚ। ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਇਹ ਸਰਵਿਸ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਚਾਹੀਦਾ। ਜਿੱਦਾਂ ਆਕਸੀਜਨ ਦੀ ਬੜੀ ਘਾਟ ਆ ਰਹੀ ਆ, ਤੇ DC ਸਾਹਿਬ ਕੀ ਭਰੋਸਾ ਦੇ ਕੇ ਗਏ ਨੇ ਵੀ ਮਤਲਬ ਇਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕਿਸ ਤਰ੍ਹਾਂ ਹੋਵੇਗਾ? ਦੇਖੋ, ਜਿਹੜੀ ਆਕਸੀਜਨ ਦੀ ਘਾਟ ਆ, ਨਾ ਤਾਂ ਓਵਰਨਾਈਟ ਅਸੀਂ ਪੂਰੀ ਕਰ ਸਕਦੇ ਹਾਂ, ਨਾ ਕੋਈ ਹੋਰ ਪੂਰੀ ਕਰ ਸਕਦਾ, ਪਰ ਜਿਹੜੇ ਇਹਨਾਂ ਦਾ ਆਪਣਾ ਸਰਕਾਰੀ ਸਿਸਟਮ ਹੈਗਾ,
ਇਹਨਾਂ ਨੂੰ ਪਤਾ ਵੀ ਜਿਸ ਤਰ੍ਹਾਂ ਕਿੱਥੋਂ ਮੰਗਵਾਉਣੀ ਹੈ, ਇਹਨਾਂ ਨੇ ਬਲਕਿ ਆਪ ਕਿਹਾ ਵੀ ਇਹ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਆਕਸੀਜਨ ਦੇ ਸਿਲੰਡਰ ਤੇ ਬਾਕੀ ਉਹਦੀ ਸਪਲਾਈ ਇਹਦੀ ਸਾਰੀ ਜ਼ਿੰਮੇਵਾਰੀ ਸਾਡੀ ਹੈ, ਅਸੀਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਜੇ ਕੋਵਿਡ ਦੇ ਸੰਬੰਧ ਵਿੱਚ ਸੰਦੇਸ਼ ਦੀ ਤੁਸੀਂ ਗੱਲ ਕਰਦੇ ਹੋ ਤਾਂ ਇਹ ਆ ਵੀ ਚਾਹੇ ਆਪਾਂ ਕਿਸੇ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਜਾਂ ਕਿਸੇ ਹੋਰ ਪਬਲਿਕ ਪਲੇਸ ਤੇ ਜਾਂਦੇ ਹਾਂ, ਕਿਤੇ ਸਾਰਿਆਂ ਨੂੰ ਮਾਸਕ ਵੀ ਲਾ ਕੇ ਰੱਖਣਾ ਚਾਹੀਦਾ ਹੈ ਤੇ ਇੱਕ ਦੂਸਰੇ ਤੋਂ ਜਿਹੜੀ ਵਿੱਥ ਹੈ ਜੋ 2 ਗਜ਼ ਦੀ ਕਹਿੰਦੇ ਨੇ ਉਹ ਵੀ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਆਪਣੀ ਵੱਲੋਂ ਪੂਰੀ ਹਰ ਕਿਸੇ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਕਿਉਂਕਿ ਆਪਾਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ। ਮੈਂ ਤੁਹਾਡੇ ਤੇ ਭਰੋਸਾ ਨਹੀਂ ਕਰ ਸਕਦਾ, ਤੁਸੀਂ ਮੇਰੇ ਤੇ ਭਰੋਸਾ ਨਹੀਂ ਕਰ ਸਕਦਾ, ਤੁਸੀਂ ਵੀ ਇਨਫੈਕਟਡ ਹੋ ਸਕਦੇ ਹੋ, ਮੈਂ ਵੀ ਇਨਫੈਕਟਡ ਹੋ ਸਕਦਾ। ਜਦੋਂ ਵੀ ਆਪਾਂ ਕਿਸੇ ਦੂਸਰੇ ਬੰਦੇ ਨੂੰ ਮਿਲਦੇ ਹਾਂ, ਆਪਾਂ ਨੂੰ ਇਹ ਸੋਚ ਕੇ ਮਿਲਣਾ ਚਾਹੀਦਾ ਹੈ ਵੀ ਮੈਂ ਜੇ ਇਨਫੈਕਟਡ ਤਾਂ ਮੈਂ ਦੂਸਰੇ ਨੂੰ ਨੁਕਸਾਨ ਪਹੁੰਚਾ ਸਕਦਾ, ਜੇ ਦੂਜਾ ਇਨਫੈਕਟਡ ਹੈ ਤਾਂ ਮੈਨੂੰ ਨੁਕਸਾਨ ਹੋ ਸਕਦਾ। ਇਸ ਕਰਕੇ ਬਿਹਤਰ ਹੈ ਵੀ ਥੋੜ੍ਹੀ ਜਿਹੀ ਵਿੱਥ ਬਣਾ ਕੇ ਹੀ ਦੂਸਰਿਆਂ ਦੇ ਨਾਲ ਮਤਲਬ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਜਾਵੇ। ਇਹ ਭਾਵੇਂ ਗੁਰਦੁਆਰਾ ਹੈ, ਭਾਵੇਂ ਕੋਈ ਹੋਰ ਪਬਲਿਕ, ਜਿੱਥੇ ਵੀ ਆਪਾਂ ਜਾਣਾ, ਈਵਨ ਘਰਾਂ ਦੇ ਵਿੱਚ ਵੀ ਆਪਾਂ ਜੇ ਇੱਕ ਦੂਸਰੇ ਨੂੰ ਮਿਲਦੇ ਹਾਂ, ਆਪਾਂ ਆਪਣੇ ਗੈਸਟ ਨੂੰ ਮਿਲਦੇ ਹਾਂ, ਆਪਣੇ ਫਰੈਂਡਸ ਨੂੰ ਮਿਲਦੇ ਹਾਂ, ਇਹ ਸਾਵਧਾਨੀ ਵਰਤਣੀ ਤਾਂ ਸਾਰਿਆਂ ਵਾਸਤੇ ਹੀ ਜ਼ਰੂਰੀ ਹੈ।